Good morning to all of you. I'm Professor Rajneesh Pal Singh from Department of Management Studies, Mata Gujarati College, Fatehgarh Sahib, standing in front of you for sharing my views on the topic of qualitative research. ਆਪਾਂ ਦੋ ਮੋਡਿਊਲਸ ਕਰ ਲਏ ਸੀਗੇ ਜਿਨ੍ਹਾਂ 'ਚ ਆਪਾਂ ਕੁਆਲਿਟੇਟਿਵ ਰਿਸਰਚ ਦੀ ਕੁਝ ਥੋੜੀ ਇੰਟਰੋਡਕਸ਼ਨ ਕੀਤੀ। ਉਸ ਤੋਂ ਬਾਅਦ ਆਪਾਂ ਫੋਕਸ ਗਰੁੱਪ ਦੇ ਉੱਪਰ ਟੈਕਨੀਕ ਜਿਹੜੀ ਹੈ ਉਸ ਦੇ ਉੱਪਰ ਥੋੜਾ ਸਟੱਡੀ ਕੀਤਾ। ਹੁਣ ਆਪਾਂ ਮੋਡਿਊਲ 3 ਸਟਾਰਟ ਕਰਨ ਵਾਸਤੇ ਜਾ ਰਹੇ ਹਾਂ। ਇਸ ਮੋਡਿਊਲ ਦੇ ਵਿੱਚ ਆਪਾਂ ਸਟੱਡੀ ਕਰਾਂਗੇ ਫॉर ਦਾ ਡੈਪਥ ਇੰਟਰਵਿਊਜ਼। ਵੀ ਡੈਪਥ ਇੰਟਰਵਿਊਜ਼ ਕੀ ਚੀਜ਼ ਹੁੰਦੀ ਹੈ। ਫੋਕਸ ਗਰੁੱਪ ਦੀ ਤਰ੍ਹਾਂ ਡੈਪਥ ਇੰਟਰਵਿਊ ਵੀ ਇੱਕ ਟੈਕਨੀਕ ਹੈ। ਬਸ ਦੋਨਾਂ 'ਚ ਫਰਕ ਇਹ ਹੁੰਦਾ ਵੀ ਫੋਕਸ ਗਰੁੱਪ ਦੇ ਵਿੱਚ ਆਪਣੇ ਕੋਲ ਇੱਕ ਪ੍ਰੋਪਰ ਗਰੁੱਪ ਹੁੰਦਾ ਜਿੱਥੋਂ ਆਪਾਂ ਕੁਝ ਪੁੱਛਦੇ ਹਾਂ। ਡੈਪਥ ਦੇ ਵਿੱਚ ਆਪਣੇ ਕੋਲ ਇੱਕ ਗਰੁੱਪ ਨਹੀਂ ਹੁੰਦਾ, ਆਪਾਂ ਇੱਕੋ ਬੰਦੇ ਨੂੰ ਲੈ ਕੇ ਉਸ ਤੋਂ ਹੀ ਕੁਝ ਕੁਐਸਚਨਸ ਹੁੰਦੇ ਆ ਜਿਹੜੇ ਆਪਣੇ ਬਣੇ ਹੁੰਦੇ ਆ ਉਹ ਉਸ ਨੂੰ ਪੁੱਛਦੇ ਆ। ਕਈ ਵਾਰੀ ਕੀ ਹੁੰਦਾ ਨਾ, ਬੰਦਾ ਗਰੁੱਪ ਦੇ ਵਿੱਚ ਬੋਲਣ ਤੋਂ ਸ਼ਰਮਾ ਜਾਂਦਾ ਹੈ, ਨਹੀਂ ਬੋਲਦਾ, ਆਪਣੀਆਂ ਫੀਲਿੰਗਸ ਨੂੰ ਨਹੀਂ ਐਕਸਪ੍ਰੈਸ ਕਰ ਸਕਦਾ, ਸਾਹਮਣੇ ਬੋਲਦਿਆਂ ਡਰਦਾ ਹੈ ਕਿਸੇ ਤੋਂ ਵੀ ਗਰੁੱਪ 'ਚ ਕੋਈ ਬਾਹਰ ਜਾ ਕੇ ਬੰਦਾ ਮੇਰੇ ਅਗੇਂਸਟ ਹੀ ਕੋਈ ਗੱਲ ਨਾ ਕਰਦੇ ਜਾਂ ਕੁਝ ਨਾ ਕਰਦੇ। ਸੋ ਇਹਨਾਂ ਚੀਜ਼ਾਂ ਨੂੰ ਕਵਰ ਅਪ ਕਰਨ ਦੇ ਲਈ ਆਪਾਂ ਡੈਪਥ ਇੰਟਰਵਿਊਜ਼ ਨੂੰ ਚੂਜ਼ ਕਰਦੇ ਹਾਂ ਜਿਸ ਦੇ ਵਿੱਚ ਕੋਈ ਗਰੁੱਪ ਨਹੀਂ ਹੁੰਦਾ, ਇੱਕੋ ਹੀ ਬੰਦਾ ਹੁੰਦਾ ਇੰਟਰਵਿਊ, ਉਸ ਨੂੰ ਇਹਦੀ ਇੰਟਰਵਿਊ ਲੈ ਲੈਂਦਾ। Again, depth interviews are the another method of obtaining the qualitative data. An unstructured, direct personal interview in which a single respondent is probed by a highly skilled interviewer to uncover underlying motivations, beliefs, attitudes, and feelings on a topic. एक अनस्ट्रक्चर्ड है, डायरेक्ट, अनस्ट्रक्चर्ड बट डायरेक्ट है, पर्सनल इंटरव्यू है जिस एक सिंगल रिस्पोंडेंट ਹੁੰਦਾ, ਪਹਿਲਾਂ ਹੀ ਦੱਸ ਕੇ ਟਿਆ ਸਿੰਗਲ ਰਿਸਪੋਂਡੈਂਟ ਹੁੰਦਾ, ਗਰੁੱਪ ਨਹੀਂ ਹੁੰਦਾ, ਔਰ ਇੱਕ ਹਾਈਲੀ ਸਕਿਲ ਇੰਟਰਵਿਊ ਜ਼ਰੂਰ ਹੁੰਦਾ। ਉਹ ਮੋਡਰੇਟਰ ਉੱਥੇ ਵੀ ਸੀਗਾ, ਫੋਕਸ ਗਰੁੱਪ 'ਚ ਵੀ ਸੀਗਾ, ਇੱਥੇ ਉੱਥੇ ਵੀ ਹਾਈਲੀ ਸਕਿਲਡ ਚਾਹੀਦਾ ਸੀਗਾ, ਇੱਥੇ ਵੀ ਹਾਈਲੀ ਸਕਿਲਡ ਚਾਹੀਦਾ ਜਿਹੜਾ ਉਸ ਬੰਦੇ ਦੇ ਅੰਦਰੋਂ ਗੱਲਾਂ ਕਢਾ ਸਕੇ, ਅੰਡਰਲਾਈਂਗ ਮੋਟੀਵੇਸ਼ਨਸ ਜਾਂ ਬਲੀਵ ਜਾਂ ਜੋ ਐਟੀਟਿਊਡ ਹੈ ਇੱਕ ਪਾਰਟਿਕੂਲਰ ਟੌਪਿਕ ਦੇ ਰਿਗਾਰਡਿੰਗ ਜਾਂ ਕਿਸੇ ਵੀ ਚੀਜ਼ ਦੇ ਰਿਗਾਰਡਿੰਗ, ਉਹ ਚੀਜ਼ ਉਹ ਬੰਦਾ ਕਢਵਾ ਸਕੇ। It allows a freedom for both the interviewer and the interviewee to explore the additional points and change direction if necessary. ਦੋਨਾਂ ਨੂੰ freedom ਹੁੰਦੀ ਹੈ, ਜੇ ਕੁਝ additional point ਉਸ ਦੇ ਵਿੱਚ discuss ਕਰਨੇ ਆ ਤਾਂ ਉਹ ਵੀ ਕਰ ਸਕਦੇ ਆ, ਜਾਂ ਕੋਈ ਜੇ ਉਹਦੀ ਇੰਟਰਵਿਊ ਦੀ ਕੋਈ direction change ਕਰਨੀ ਹੈ ਤਾਂ ਉਹ ਵੀ ਕਰ ਸਕਦੇ ਆ। ਦੋਨਾਂ ਨੂੰ flexibility ਇਸ ਚੀਜ਼ ਦੀ, ਦੋਨੋਂ freedom ਹੈ। ਟੈਕਨੀਕਸ ਬੇਸਿਕਲੀ ਆਪਾਂ ਤਿੰਨ ਟੈਕਨੀਕਸ ਨੂੰ ਲੈ ਕੇ ਚੱਲਦੇ ਹਾਂ। ਫਸਟ ਵਨ ਇਜ਼ ਦ ਲੈਡਰਿੰਗ, ਦਾ ਹਿਡਨ ਇਸ਼ੂ ਕੁਐਸਚਨਿੰਗ ਐਂਡ ਦਾ ਸਿੰਬੋਲਿਕ ਐਨਾਲਿਸਿਸ। ਲੈਡਰਿੰਗ ਦੇ ਵਿੱਚ ਹੁੰਦਾ ਹੈ a technique for conducting depth interviews in which a line of questioning proceeds from product characteristics to the user characteristics. ਇਸ ਆਪਾਂ ਕੀ ਕਰਦੇ ਆ, ਪ੍ਰੋਡਕਟ ਕੈਰੈਕਟਰਿਸਟਿਕਸ ਤੋਂ ਸ਼ੁਰੂ ਹੋ ਕੇ ਯੂਜ਼ਰ ਦੀਆਂ ਕੈਰੈਕਟਰਿਸਟਿਕਸ ਤੱਕ ਇੰਟਰਵਿਊਜ਼ ਇੱਕ ਬਣਾਉਂਦੇ ਆ। ਪਹਿਲੀ ਚੀਜ਼ ਆਪਾਂ ਇਸ ਦੇਖਦੇ ਆ ਪ੍ਰੋਡਕਟ ਕੈਰੈਕਟਰਿਸਟਿਕਸ ਕੀ ਹੈ, ਦੈਨ ਯੂਜ਼ਰ ਕੀ ਕੈਰੈਕਟਰਿਸਟਿਕਸ ਡਿਮਾਂਡ ਕਰ ਰਿਹਾ ਹੈ। ਇਹਨਾਂ ਦੋਨਾਂ ਚੀਜ਼ਾਂ ਨੂੰ ਲੈ ਕੇ ਇੱਕ ਲਾਈਨ ਡਿਫਾਈਨ ਕਰਦੇ ਆ, ਪ੍ਰੋਡਕਟ ਕੈਰੈਕਟਰਿਸਟਿਕਸ ਕੀ ਹੋਣਗੀਆਂ, ਯੂਜ਼ਰ ਕੈਰੈਕਟਰਿਸਟਿਕਸ ਕੀ ਹੋਣਗੀਆਂ। ਦੈਨ ਆਪਣੇ ਕੋਲ ਆ ਜਾਂਦਾ ਹਿਡਨ ਇਸ਼ੂ ਕੁਐਸਚਨਿੰਗਸ, a type of the depth interview that attempts to locate personal sore spots related to the deeply felt personal concerns. Hidden issues questioning, ਕੁਝ ਹਿਡਨ ਇਸ਼ੂਜ਼ ਆਪਾਂ ਫਾਈਂਡ ਆਊਟ ਕਰਨੇ ਆ। ਕਈ ਵਾਰੀ ਕੋਈ ਬੰਦੇ ਗਰੁੱਪ ਦੇ ਵਿੱਚ ਨਹੀਂ ਬੋਲ ਸਕਦੇ ਹੁੰਦੇ, ਬਟ ਇੰਡੀਵਿਜੂਅਲ ਇਕੱਲੇ ਬੈਠ ਕੇ ਉਹ ਬਹੁਤ ਕੁਝ ਬੋਲਣਾ ਚਾਹੁੰਦੇ, ਆਪਾਂ ਨੂੰ ਉਹਨਾਂ ਦੇ ਮੂੰਹ ਚੋਂ ਚੀਜ਼ ਕਢਾਣੀ ਪੈਂਦੀ ਹੈ ਜਿਹਨੂੰ ਆਪਾਂ ਹਿਡਨ ਇਸ਼ੂਜ਼ ਕਹਿ ਲੈਂਦੇ। Symbolic analysis, a technique for conducting depth interviews in which the symbolic meaning of the object is analyzed by comparing them with their opposites. ਆਪਾਂ symbolic basis ਦੇ ਉੱਪਰ ਦੋਨਾਂ ਦਾ ਐਨਾਲਿਸਿਸ ਕਰਦੇ ਆ, ਠੀਕ ਹੈ। ਉਹ ਜਿਸ ਦੇ ਵਿੱਚ ਕੀ ਹੁੰਦਾ, ਆਪਣੇ ਪ੍ਰੋਡਕਟ ਤੇ ਜਾਂ ਉਹਨੂੰ ਆਪਾਂ ਕੰਪੇਅਰ ਕਰ ਲੈਂਦੇ ਆ ਆਪਣੇ ਦੂਸਰੇ ਆਪੋਜ਼ਿਟ ਪ੍ਰੋਡਕਟਸ ਦੇ ਨਾਲ, ਸਿੰਬੋਲਿਕ ਬੇਸਿਸ ਦੇ ਉੱਪਰ। ਦਾ ਇੰਟਰਵਿਊਅਰਸ ਰੋਲ, ਹੁਣ ਇਸ ਦੇ ਵਿੱਚ ਆਪਾਂ ਮੋਡਰੇਟਰ ਦਾ ਰੋਲ ਕੀਤਾ ਸੀ, ਇਸ ਆਪਾਂ ਇੰਟਰਵਿਊਅਰ ਦਾ ਰੋਲ ਕਰਾਂਗੇ ਵੀ ਕੀ ਚੀਜ਼ ਹੈ। The interviewer's role is critical to the success of the depth interview. The interviewer should avoid appearing superior and put the respondent at the ease. ਆਪਣੇ ਆਪ ਨੂੰ ਸੁਪੀਰੀਅਰ ਦਿਖਾਣਾ ਬੰਦ ਕਰਕੇ ਰਿਸਪੋਂਡੈਂਟ ਨੂੰ ਈਜ਼ ਕਰਾਈ। ਜੇ ਆਪਾਂ ਮਾਰਕੀਟਿੰਗ 'ਚ ਗੱਲ ਕਰਦੇ ਆ ਨਾ, ਵੀ ਕੰਪਨੀਆਂ ਨੂੰ ਕਸਟਮਰ ਨੂੰ ਫੋਕਸ ਕਰਕੇ ਪ੍ਰੋਡਕਟ ਬਣਾਉਣਾ ਚਾਹੀਦਾ, ਸੇਮ ਇਜ਼ ਦਾ ਕੇਸ ਓਵਰ ਹੇਅਰ। ਆਪਣੇ ਆਪ ਨੂੰ ਨਾ ਸੋਚੇ ਮੈਂ ਹਾਂ ਇੰਟਰਵਿਊਅਰ ਆ, ਮੈਂ ਪਤਾ ਨਹੀਂ ਕੀ ਚੀਜ਼ ਆ, ਮੈਂ ਸੁਪੀਰੀਅਰ ਆ, ਸਾਹਮਣੇ ਵਾਲਾ ਬੰਦੇ ਨੂੰ ਤਾਂ ਕੁਝ ਪਤਾ ਹੀ ਨਹੀਂ, ਇਹ ਚੀਜ਼ ਨੂੰ ਨਹੀਂ ਹੋਣੀ ਚਾਹੀਦੀ, ਠੀਕ ਹੈ। ਜਿਹੜਾ ਸਾਹਮਣੇ ਰਿਸਪੋਂਡੈਂਟ ਬੈਠਾ ਉਹਨੂੰ ਆਪਾਂ ਈਜ਼ ਕਰਾਈਏ, ਉਹਨੂੰ ਆਪਾਂ ਰਿਲੈਕਸ ਫੀਲ ਕਰਵਾਈਏ। ਬੀ ਡਿਟੈਚਡ ਐਂਡ ਆਬਜੈਕਟਿਵ ਯੈਟ ਪਰਸਨੇਬਲ, ਕਲੀਅਰ, ਨੋ ਡਾਊਟ ਬੀ ਡਿਟੈਚਡ ਹੋਏ ਐਂਡ ਆਬਜੈਕਟਿਵ ਹੋਵੇ, ਬਟ ਯੈਟ ਪਰਸਨੇਬਲ ਹੋਣੀ ਚਾਹੀਦੀ ਆ। ਆਪਣੇ ਵਿਊਜ਼ ਉਸ ਦੇ ਵਿੱਚ ਪਤਾ ਲੱਗਣੇ ਚ ਬਹੁਤ ਜ਼ਰੂਰੀ ਹੈ। Ask questions in an informative manner. ਜਿਹੜੇ ਕੁਐਸਚਨਸ ਪੁੱਛਣਾ ਬੜੇ ਇਨਫੋਰਮੇਟਿਵ ਵੇ ਦੇ ਨਾਲ ਕੁਐਸਚਨਸ ਪੁੱਛੋ। Not accept brief yes or no answers.
ਠੀਕ ਹੈ। ਇਹ ਨਹੀਂ ਹੈ ਵੀ ਸਾਹਮਣੇ ਵਾਲੇ ਰਿਸਪੋਂਡੈਂਟ ਨੇ ਤੁਹਾਨੂੰ ਯੈਸ ਜਾਂ ਨੋ ਚ ਆਂਸਰ ਦੇਤਾ, ਨਹੀਂ, ਉਹਨਾਂ ਨੂੰ ਅਸੈਪਟ ਨਾ ਕਰੋ, ਉਹਨੂੰ ਕਹੋ ਯਾਰ ਤੂੰ ਹੋਰ ਐਲੋਬਰੇਟ ਕਰ ਇਸ ਚੀਜ਼ ਨੂੰ, ਹੋਰ ਥੋੜਾ ਅੱਗੇ ਵੱਧ ਕੇ ਐਕਸਪਲੇਨ ਕਰ। ਜੇ ਯੈਸ ਨੂੰ, ਇਹ ਯੈਸ ਵੀ ਬੰਦੇ ਨੇ ਕਹਿਤਾ ਨਾ, ਜਿਵੇਂ ਕੁਐਸਚਨ ਲਿਖਿਆ ਹੁੰਦਾ ਯੈਸ ਇਫ ਯੈਸ ਵਾਈ, ਇਫ ਨੋ ਦੈਨ ਅਗੇਨ ਵਾਈ, ਤਾਂ ਉਸਨੂੰ ਪੁੱਛੋ। ਠੀਕ ਹੈ ਨਾ, ਆਪਾਂ ਉਹਨੂੰ ਕੱਲਾ ਯੈਸ ਨੋ ਕਰਨ ਵਾਸਤੇ ਨਹੀਂ ਬੈਠੇ। ਯੈਸ ਨੋ ਕਰਨਾ ਹੁੰਦਾ ਤਾਂ ਆਪਾਂ ਸਿੰਪਲ ਕਲੋਜ਼ ਐਂਡ ਕੁਐਸਚਨ ਦੇ ਵਿੱਚ ਹੀ ਪੁੱਛ ਲੈਂਦੇ। ਐਂਡ ਪ੍ਰੋਬ ਦਾ ਰਿਸਪੋਂਡੈਂਟ, ਜਿੰਨਾ ਹੋ ਸਕਦਾ ਰਿਸਪੋਂਡੈਂਟ ਨੂੰ ਖੰਗਾਲੋ, ਪ੍ਰੋਬ ਕਰੋ ਉਸ ਬੰਦੇ ਨੂੰ, ਦੇਖੋ ਉਹਦੇ ਅੰਦਰੋਂ ਚੀਜ਼ਾਂ ਨੂੰ ਹੋਰ ਘਟਾਓ ਵਿੱਚੋਂ, ਵੀ ਕੀ ਕੁਝ ਉਹ ਬੰਦਾ ਹੋਰ ਬੋਲ ਸਕਦਾ ਹੈ। ਸੋ ਇੱਕ ਇੰਟਰਵਿਊਜ਼ ਦਾ ਰੋਲ ਜਿਹੜਾ ਹੈ ਉਹ ਇੱਕ ਬਹੁਤ ਇੰਪੋਰਟੈਂਟ ਰੋਲ ਹੈ ਡੈਪਥ ਇੰਟਰਵਿਊਜ਼ ਨੂੰ ਕਰਾਉਣ ਦੇ ਵਿੱਚ। ਜਿਵੇਂ ਫੋਕਸ ਗਰੁੱਪ 'ਚ ਆਪਾਂ ਮੋਡਰੇਟਰ ਕੀਤਾ ਹੈ, ਸੇਮ ਡੈਪਥ ਦੇ ਵਿੱਚ ਆਪਾਂ ਇੰਟਰਵਿਊ ਜਿਹੜਾ ਬੰਦਾ ਉਸਦੇ ਇੱਕ ਰੋਲ ਬਹੁਤ ਇੰਪੋਰਟੈਂਟ ਹੈ। ਠੀਕ ਹੈ ਨਾ, ਕਿਉਂਕਿ ਹੁਣ ਉਹਦੇ ਕੋਲ ਇਕੱਲਾ ਰਿਸਪੋਂਡੈਂਟ ਉਹਦੇ ਸਾਹਮਣੇ ਬੈਠਾ ਹੋਇਆ ਹੈ, ਹੁਣ ਇਹ ਚੀਜ਼ ਵੀ ਦੇਖਣੀ ਹੈ, ਮੇਰਾ ਬੰਦਾ ਮੇਰੇ ਸਾਹਮਣੇ ਬੈਠਾ ਹੈ, ਕਿਤੇ ਡਰ ਤਾਂ ਨਹੀਂ ਰਿਹਾ, ਉਹ ਡਰ ਦੇ ਵਿੱਚ ਕੁਝ ਬੋਲੇਗਾ ਹੀ ਨਹੀਂ। ਠੀਕ ਹੈ ਨਾ, ਸੋ ਇਸ ਚੀਜ਼ ਕਰਕੇ ਉਹਨੂੰ ਰਿਲੈਕਸ ਕਰਾਉਣਾ ਵੀ ਬਹੁਤ ਜ਼ਰੂਰੀ ਹੈ। ਇੰਟਰਵਿਊ ਦੇ ਉੱਪਰ ਡਿਪੈਂਡ ਕਰਦਾ ਉਹ ਕਿਸ ਤਰੀਕੇ ਨਾਲ ਉਸ ਚੀਜ਼ ਨੂੰ ਹੈਂਡਲ ਕਰਦਾ, ਉਹਦਾ ਐਕਸਪੀਰੀਅੰਸ ਹੈ। ਹਾਊ ਟੂ ਕੰਡਕਟ ਦਾ ਇੰਟਰਵਿਊਜ਼, ਪਹਿਲਾਂ ਸਾਡੇ ਕੋਲ ਆ ਜਾਂਦਾ ਪ੍ਰੀ ਇੰਟਰਵਿਊਜ਼। ਇਸ ਕੀ ਕਰੋ, ਡਿਵੈਲਪ ਅ ਗੁੱਡ ਅੰਡਰਸਟੈਂਡਿੰਗ ਆਫ ਦਾ ਸਟੱਡੀਜ਼ ਆਬਜੈਕਟਿਵ ਐਂਡ ਦਾ ਇਨਫੋਰਮੇਸ਼ਨ ਟੂ ਬੀ ਕਲੈਕਟਡ। ਠੀਕ ਹੈ, ਇੱਕ ਸਟੱਡੀ ਦੇ ਆਬਜੈਕਟਿਵ ਨੂੰ ਚੰਗੀ ਤਰ੍ਹਾਂ ਅੰਡਰਸਟੈਂਡ ਕਰ ਲਓ ਤੇ ਇਨਫੋਰਮੇਸ਼ਨ ਆਪਾਂ ਕਿਹੜੀ ਕਢਾਣੀ ਹੈ ਉਸ ਚੀਜ਼ ਨੂੰ ਵੀ ਲਿਖ ਲਓ। Prepare a list of the potential people you would like to interview. Identify the reasons for interviewing each person. Ask an expert to review your list. ਇੱਕ ਲਿਸਟ ਬਣਾ ਲਓ potential customers ਦੀ, ਜਿਨ੍ਹਾਂ ਨੂੰ ਤੁਸੀਂ ਇੰਟਰਵਿਊ ਕਰਨੀ ਹੈ। ਠੀਕ ਹੈ, ਤੇ ਰੀਜ਼ਨਸ ਵੀ ਫਾਈਂਡ ਆਊਟ ਕਰ ਲਓ ਵੀ ਇਹਨਾਂ ਬੰਦਿਆਂ ਦੀ ਇੰਟਰਵਿਊ ਆਪਾਂ ਕਿਉਂ ਕਰਨੀ ਹੈ। ਠੀਕ ਹੈ, ਕਿਸੇ ਐਕਸਪਰਟ ਨੂੰ ਚੈੱਕ ਵੀ ਕਰਾ ਲਓ, ਮੈਂ ਇਹਨਾਂ ਬੰਦਿਆਂ ਦੀ ਇੰਟਰਵਿਊ ਕਰਨ ਵਾਸਤੇ ਜਾ ਰਿਹਾ ਵੀ ਕੀ ਇਹ ਠੀਕ ਹੈ। Prepare a list of the questions to be asked to the each interview. ਠੀਕ ਹੈ, ਥੋੜੇ ਜਿਹੇ ਕੁਐਸਚਨਸ ਵੀ ਆਪਣੇ ਕੋਲ ਬਣਾ ਕੇ ਰੱਖੋ, ਜਿਹੜੇ ਆਪਾਂ ਉੱਥੇ ਇੰਟਰਵਿਊ ਕਰਨੀ ਹੈ, ਜਦੋਂ ਬੰਦੇ ਨੂੰ ਪੁੱਛਣੇ ਆ ਉਹ ਵੀ ਆਪਣੇ ਕੋਲ ਹੋਣੇ ਚਾਹੀਦੇ ਆ। Phrase the questions so that they are simple to understand. ਇਸ ਤਰੀਕੇ ਨਾਲ ਫਰੇਮ ਕਰੋ ਕੁਐਸਚਨਸ ਨੂੰ ਵੀ ਉਹ ਸਮਝਣ ਚ ਈਜ਼ੀ ਹੋਣ। ਇਹ ਨਾ ਤੁਸੀਂ ਕੰਪਲੈਕਸ ਨੇਚਰ ਦੇ ਕੁਐਸਚਨ ਬਣਾ ਕੇ ਬੈਠ ਜਾਓ, ਤੁਹਾਨੂੰ ਆਪ ਨੂੰ ਵੀ ਨਾ ਪਤਾ ਹੋਏ ਤੇ ਜਿਹੜੇ ਬੰਦੇ ਨੂੰ ਤੁਸੀਂ ਪੁੱਛ ਰਹੇ ਹੋ ਉਹਨੂੰ ਵੀ ਨਾ ਪਤਾ ਹੋਵੇ। ਆਪਾਂ ਕੁਐਸਚਨਸ ਬਿਲਕੁਲ ਸਿੰਪਲ ਰੱਖਣੇ। ਠੀਕ ਹੈ, ਟੂ ਦਾ ਐਕਸਟੈਂਟ ਪੋਸੀਬਲ ਇਨਕਲੂਡ ਦਾ ਕੁਐਸਚਨਸ ਦੈਟ ਗੈਟ ਦਾ ਇੰਟਰਵਿਊ ਟਾਕਿੰਗ। ਇਸ ਤਰ੍ਹਾਂ ਦੇ ਕੁਐਸਚਨਸ ਪਾਓ ਤਾਂ ਜੋ ਬੰਦੇ ਦੀ ਆਪਾਂ ਇੰਟਰਵਿਊ ਕਰਨ ਵਾਸਤੇ ਜਾ ਰਹੇ ਹੋ ਕੁਝ ਨਾ ਕੁਝ ਬੋਲਦਾ ਰਹੇ। ਫੋਰ ਐਗਜ਼ਾਮਪਲ, do not talk, only ask, do you think this park is safe for your kids? ਇਹ ਨਾ ਪੁੱਛੋ ਕਿ ਤੁਹਾਨੂੰ ਲੱਗਦਾ ਹੈ ਵੀ ਇਹ ਪਾਰਕ ਤੁਹਾਡੇ ਕਿਡਸ ਲਈ ਸੇਫ ਹੈ। ਅਗਲੇ ਬੰਦੇ ਨੇ ਯੈਸ ਔਰ ਨੋ ਚ ਕੰਮ ਖਤਮ ਕਰ ਦੇਣਾ, ਆਪਣਾ ਕੰਮ ਖਤਮ ਹੋ ਗਿਆ, ਆਪਣਾ ਸਾਰੀ ਇੰਟਰਵਿਊ ਗਲਤ ਹੋ ਜਾਊਗੀ। ਬਟ ਰੈਦਰ ਉਸਨੂੰ ਪੁੱਛੋ, what park features do you think makes a park unsafe? ਤੁਹਾਨੂੰ ਕੀ ਲੱਗਦਾ ਹੈ ਵੀ ਕਿਹੜੇ ਫੀਚਰਸ ਹੈ ਜਿਹੜੇ ਪਾਰਕ ਨੂੰ ਅਨਸੇਫ ਕਰਦੇ ਆ। ਹੁਣ ਆਬਵੀਅਸਲੀ ਇਹ ਓਪਨ ਐਂਡ ਕੁਐਸਚਨ ਦੇ ਵਿੱਚ ਆ ਗਿਆ। ਹੁਣ ਇਸ ਦੇ ਵਿੱਚ ਉਸ ਬੰਦੇ ਨੂੰ ਜੋ ਉਹਦੇ ਦਿਲ ਦੀਆਂ ਹੋਣਗੇ, ਵਿਊਜ਼ ਹੋਣਗੇ, ਜੋ ਪੁਆਇੰਟਸ ਬੋਲਣਾ ਚਾਹੁੰਦਾ ਹੋਏਗਾ, ਜੋ ਉਹਦੀਆਂ ਇਨਰ ਫੀਲਿੰਗਸ ਜਾਂ ਬਲੀਵਸ ਹੋਣਗੀਆਂ, ਉਹ ਇਸ ਚੀਜ਼ ਦੇ ਵਿੱਚੋਂ ਬੋਲੇਗਾ। ਸੋ ਆਪਣੇ ਕੁਐਸਚਨਸ ਨੂੰ ਜਿੰਨਾ ਪੋਸੀਬਲ ਹੋਏ ਇਸ ਤਰੀਕੇ ਨਾਲ ਉਹਨਾਂ ਨੂੰ ਮੋਲਡ ਅਪ ਕਰ ਲਓ। Then make the initial contact with the interview through phone, email and the post. Initial contact ਕਰੋ ਉਹਨਾਂ ਦੇ ਨਾਲ। Initial connect should be used to introduce yourself, ਆਪਣੇ ਟੀਮ ਮੈਂਬਰਸ ਨੂੰ ਇੰਟਰੋਡਿਊਸ ਕਰੋ ਤੇ ਸਟੱਡੀ ਜਿਸ ਦੇ ਕਰਕੇ ਤੁਸੀਂ ਕਰ ਰਹੇ ਹੋ, ਫੰਡਿੰਗ ਏਜੰਸੀਜ਼ ਵੀ ਹੋ ਸਕਦੀਆਂ। ਐਕਸਪਲੇਨ ਦਾ ਪਰਪਸ ਆਫ ਦਾ ਸਟੱਡੀ, ਕਿਉਂ ਕਰ ਰਹੇ ਹੋ ਉਹ ਵੀ ਐਕਸਪਲੇਨ ਕਰੋ। ਡਿਸਕ੍ਰਾਈਬ ਦਾ ਕਾਈਂਡ ਆਫ ਇਨਫੋਰਮੇਸ਼ਨ ਟੂ ਬੀ ਕਲੈਕਟਡ, ਇੰਡੀਕੇਟ ਵੈਦਰ ਦਾ ਇੰਟਰਵਿਊ ਵਿਲ ਬੀ ਟੇਪਡ, ਇਹ ਵੀ ਦੱਸੋ ਉਹਨੂੰ। ਠੀਕ ਹੈ ਨਾ, ਇਹ ਵੀ ਦੱਸੋ ਵੀ ਤੁਸੀਂ ਕਿਸ ਤਰ੍ਹਾਂ ਦੀ ਇਨਫੋਰਮੇਸ਼ਨ ਇਕੱਠੀ ਕਰ ਰਹੇ ਹੋ, ਤੇ ਇਹ ਵੀ ਦੱਸ ਦਿਓ ਵੀ ਕੀ ਇੰਟਰਵਿਊ ਜਿਹੜੀ ਉਹ ਟੇਪਡ ਹੋਊਗੀ, ਰਿਕਾਰਡ ਹੋਏਗੀ। ਰਿਕੁਐਸਟ ਪਰਮਿਸ਼ਨ ਟੂ ਕੰਡਕਟ ਦਾ ਇੰਟਰਵਿਊ, ਜਿਹੜਾ ਬੰਦਾ ਉਸ ਤੋਂ ਪਰਮਿਸ਼ਨ ਲਓ ਇੰਟਰਵਿਊ ਕੰਡਕਟ ਕਰਨ ਦੀ। ਪ੍ਰੋਵਾਈਡ ਐਨ ਐਸਟੀਮੇਟ ਆਫ ਦ ਲੈਂਥ ਆਫ ਦਾ ਇੰਟਰਵਿਊ, ਇੱਕ ਐਸਟੀਮੇਸ਼ਨ ਜੀ ਦੱਸ ਦਿਓ। ਜਿਵੇਂ ਆਪਾਂ ਨੂੰ ਫੋਰ ਐਗਜ਼ਾਮਪਲ ਆਪਣੇ ਕੋਲ ਕੋਈ ਮੇਲ 'ਚ ਆਪਣੇ ਕੋਲ ਆ ਨਹੀਂ ਜਾਂਦਾ ਵੀ ਇਹ ਸਰਵੇ ਕਰਕੇ ਭੇਜ ਦਿਓ, ਇਸ ਲਿਖਿਆ ਦਿਸ ਸਰਵੇ ਵੁੱਡ ਨੋਟ ਲਾਸਟ ਫॉर ਵਿਲ ਟੇਕ ਓਨਲੀ 10 ਮਿੰਟਸ ਜਾਂ 5 ਮਿੰਟਸ। ਇਹ ਡਿਫਾਈਨ ਕਰ ਦਿਓ ਭਾਈ ਇੰਨੀ ਦੇਰ ਤੁਹਾਡੀ ਇੰਟਰਵਿਊ ਚੱਲੇਗੀ, ਤਾਂ ਜੋ ਬੰਦਾ ਪਹਿਲਾਂ ਹੀ ਮੈਂਟਲੀ ਪ੍ਰਪੇਅਰ ਹੋ ਕੇ ਆਏ। ਪ੍ਰਪੋਜ਼ ਸਮ ਡੇਟਸ ਐਂਡ ਦਾ ਟਾਈਮਸ ਵੈਨ ਦਾ ਇੰਟਰਵਿਊ ਮਾਈਟ ਬੀ ਕੰਡਕਟਡ, ਕੁਝ ਡੇਟਸ ਦੱਸ ਦਿਓ। ਜ਼ਰੂਰੀ ਨਹੀਂ ਤੁਸੀਂ ਫੋਨ ਕਰਕੇ ਇਹ ਨਹੀਂ ਕਹਿਣਾ ਵੀ ਅਸੀਂ ਕੱਲ ਇੰਟਰਵਿਊ ਕਰਨ ਲੱਗੇ ਭਾਈ ਪਹੁੰਚ ਜਾ ਸਵੇਰੇ 9 ਵਜੇ, ਨਹੀਂ। ਉਹਨੂੰ ਪੁੱਛੋ ਤੁਸੀਂ ਇਸ ਇੰਟਰਵਿਊ ਕੰਡਕਟ ਕਰਨਾ ਚਾਹੁੰਦੇ ਆ, ਠੀਕ ਹੈ, ਅਸੀਂ ਇਹ ਚੀਜ਼ਾਂ ਸੋਚ ਰਹੇ ਹਾਂ ਵੀ ਅਸੀਂ ਇਸ ਦਿਨ ਰੱਖ ਲਈਏ, ਕਿ ਤੁਸੀਂ ਕੰਫਰਟੇਬਲ, ਕਿ ਤੁਸੀਂ ਆ ਸਕਦੇ ਹੋ। ਫਿਰ ਜਿਹੜੀਆਂ ਡੇਟਸ ਉਹ ਦੱਸਦਾ ਉਸ ਦੇ ਅਕੋਰਡਿੰਗਲੀ ਆਪਣੀ ਇੰਟਰਵਿਊਜ਼ ਨੂੰ ਫਲੈਕਸੀਬਲ ਰੱਖੋ, ਉਸ ਦੇ ਅਕੋਰਡਿੰਗਲੀ ਆਪਣੀਆਂ ਡੇਟਸ ਨੂੰ ਚੇਂਜ ਕਰ ਲਓ। ਪ੍ਰੋਵਾਈਡ ਯੂਅਰ ਕੰਟੈਕਟ ਇਨਫੋਰਮੇਸ਼ਨ, ਆਪਣੀ ਜਿਹੜੀ ਕੰਟੈਕਟ ਇਨਫੋਰਮੇਸ਼ਨ ਹੈ ਉਹ ਵੀ ਉਸਨੂੰ ਤੁਸੀਂ ਦੇ ਦਿਓ। Then when you people are going for the interview, ਉਦੋਂ ਤੁਸੀਂ ਕੀ ਕਰਨਾ ਹੈ? Introduce yourself, ਆਪਣੇ ਆਪ ਨੂੰ ਇੰਟਰੋਡਿਊਸ ਕਰਵਾਓ। Thank the interview for her time and willingness to share her views, ਜਿਹੜੇ ਉੱਥੇ ਬੈਠੇ ਆ ਇੰਟਰਵਿਊ ਦੇਣ ਵਾਸਤੇ ਬੰਦੇ ਆਏ, ਉਹਨਾਂ ਨੂੰ ਥੈਂਕਸ ਕਰੋ। ਠੀਕ ਹੈ, ਉਹਨਾਂ ਦੇ ਵਿਲਿੰਗਨੈਸ ਟੂ ਥੈਂਕ ਕਰੋ ਵੀ ਆਪਣੇ ਵਿਊਜ਼ ਸ਼ੇਅਰ ਕਰਨ ਵਾਸਤੇ ਤੁਸੀਂ ਆਏ, ਉਹਨਾਂ ਦੇ ਟਾਈਮ ਵਾਸਤੇ ਉਹਨਾਂ ਨੂੰ ਥੈਂਕਸ ਕਰੋ।
ਬਰੀਫਲੀ ਗੋ ਓਵਰ ਦਾ ਪਰਪਸ ਆਫ ਦਾ ਸਟੱਡੀ ਐਂਡ ਸਕੋਪ ਆਫ ਦਾ ਇੰਟਰਵਿਊ, ਬਰੀਫਲੀ ਉਹਨਾਂ ਨੂੰ ਦੱਸ ਦਿਓ ਵੀ ਪਰਪਸ ਕੀ ਹੈ ਤੇ ਸਕੋਪ ਕੀ ਹੈ ਇੰਟਰਵਿਊ ਦਾ। Start with the question that is important but not too specific. Never ask the unimportant questions or seek information that you can get from somewhere else. ਠੀਕ ਹੈ ਨਾ, ਪਹਿਲਾਂ ਹੀ ਆਪਾਂ ਕਿਹਾ ਸੀ ਵੀ ਕੁਐਸਚਨਸ ਨੂੰ ਪ੍ਰੋਪਰ ਵੇ ਨਾਲ ਡਿਫਾਈਨ ਕਰੋ। ਜਿਹੜੇ ਇੰਪੋਰਟੈਂਟ ਤੁਹਾਨੂੰ ਲੱਗਦੇ ਆ ਕੁਐਸਚਨਸ ਉਹਨਾਂ ਨੂੰ ਪਹਿਲਾਂ ਪਤਾ ਕਰ ਲਓ, ਕਿਉਂਕਿ ਸਟਾਰਟਿੰਗ 'ਚ ਬੰਦਾ ਆ ਕੇ ਬੈਠਾ ਹੋਊਗਾ ਫਟਾਫਟ ਤੁਹਾਨੂੰ ਬਹੁਤ ਕੁਝ ਦੱਸ ਦੇਗਾ, ਔਰ ਇਨਫੋਰਮੇਸ਼ਨ ਇਹ ਨਾ ਪੁੱਛੋ ਵੀ ਤੁਹਾਨੂੰ ਬਾਹਰੋਂ ਕਿਧਰੋਂ ਮਿਲ ਸਕਦੀ ਹੈ। Go from one question to the other once the question has been answered to your satisfaction. ਜਦੋਂ ਤੁਹਾਨੂੰ ਲੱਗੇ ਵੀ ਹਾਂ ਕੁਐਸਚਨ ਦਾ ਆਨਸਰ ਮੈਨੂੰ ਬਿਲਕੁਲ ਸੈਟੀਸਫਾਈ ਮਿਲ ਗਿਆ, ਤਾਂ ਹੀ ਦੂਜੇ ਕੁਐਸਚਨ ਲਈ ਜਾਓ, ਨਹੀਂ ਪਹਿਲੇ ਕੁਐਸਚਨ ਨੂੰ ਬਾਰ-ਬਾਰ ਕੁਝ ਅਲੱਗ-ਅਲੱਗ ਤਰੀਕਿਆਂ ਤੋਂ ਪੁੱਛੀ ਚਲੋ, ਡਾਟਾ ਕਲੈਕਟ ਕਰਦੇ ਰਹੋ। Be prepared to skip the questions if they seem redundant. ਜਦੋਂ ਲੱਗਦਾ ਵੀ ਕੁਐਸਚਨਸ ਪ੍ਰੋਪਰ ਨਹੀਂ ਹੈ, ਸਕਿਪ ਕਰ ਦੇਣੇ ਚਾਹੀਦੇ ਆ, ਥੋੜਾ ਬੋਰਿੰਗ ਕੰਮ ਹੋ ਰਿਹਾ, ਸਕਿਪ ਕਰ ਦਿਓ। Be prepared to ask supplementary questions. ਹਾਂ, ਉਸਦੀ ਜਗ੍ਹਾ ਤੇ ਕੁਝ ਹੋਰ ਜੇ ਨਵੇਂ ਕੁਐਸਚਨਸ ਬੋਲਨੇ ਪੁੱਛਣੇ ਪੈ ਰਹੇ ਆ ਤਾਂ ਉਹ ਵੀ ਪ੍ਰਪੇਅਰ ਕਰਕੇ ਰੱਖੋ। Be prepared with the neutral probes. Example, can you please elaborate? ਇਹ ਚੀਜ਼ਾਂ ਨੂੰ ਧਿਆਨ ਰੱਖੋ, ਪੁੱਛ ਸਕਦੇ ਹੋ ਤੁਸੀਂ, ਠੀਕ ਹੈ ਨਾ। ਫੋਰ ਐਗਜ਼ਾਮਪਲ ਕਿਸੇ ਬੰਦੇ ਨੇ ਯੈਸ ਕਹਿਤਾ, ਉਹਨੂੰ ਪੁੱਛ ਕਹਿ ਲਓ ਪਲੀਜ਼ ਤੁਸੀਂ ਐਲੋਬਰੇਟ ਕਰ ਸਕਦੇ ਹੋ ਥੋੜਾ ਜਿਹਾ। Have a catch call questions as your last questions. For example, is there anything else that you would like to add? ਉਹਨੂੰ ਪੁੱਛੋ, do you think that there are other issues, points that I may have missed? ਠੀਕ ਹੈ ਨਾ, ਉਹਨੂੰ ਕਹੋ ਵੀ ਕੋਈ ਪੁਆਇੰਟ ਤੁਸੀਂ ਹੋਰ ਇਸ ਚੀਜ਼ ਐਡ ਕਰਨਾ ਚਾਹੁੰਦੇ ਹੋ, ਠੀਕ ਹੈ, ਜਾਂ ਮੈਂ ਕੁਝ ਪੁੱਛਣਾ ਮਿਸ ਕਰ ਗਿਆ, ਤੁਸੀਂ ਮੈਨੂੰ ਕੁਝ ਐਡ ਆਨ ਕਰਨਾ ਚਾਹੁੰਦੇ ਹੋ, ਇਹ ਚੀਜ਼ਾਂ ਪੁੱਛ ਕੇ ਰੱਖੋ। Close the interview by thanking the interviews and let her know how you plan to proceed from here. ਠੀਕ ਹੈ, ਉਹਨਾਂ ਦਾ ਥੈਂਕਸ ਕਰੋ। ਜਦੋਂ ਤੁਸੀਂ ਕਲੋਜ਼ ਕਰਨੀ ਹੈ ਤਾਂ ਪ੍ਰੋਪਰ ਉਹਨਾਂ ਦਾ ਥੈਂਕ ਕਰੋ ਇੰਟਰਵਿਊ ਦਾ, ਜਿਹਦੀ ਤੁਸੀਂ ਇੰਟਰਵਿਊ ਲੈ ਰਹੇ ਹੋ ਉਹਨੂੰ ਪ੍ਰੋਪਰ ਥੈਂਕਸ ਕਰੋ, ਤੇ ਦੱਸੋ ਵੀ ਤੁਸੀਂ ਅੱਗੇ ਇਸ ਤੋਂ ਅੱਗੇ ਕਿਵੇਂ ਕੀ ਪਲਾਨ ਕਰ ਰਹੇ ਹੋ, ਇੰਟਰਵਿਊ ਨੂੰ ਹੋਰ ਅੱਗੇ ਤੁਸੀਂ ਕਿਵੇਂ ਪਲਾਨ ਕਰੋਗੇ। ਦੈਨ ਆਪਣੇ ਕੋਲ ਕੁਝ ਇਨ ਡੈਪਥ ਇੰਟਰਵਿਊਜ਼ ਦੀਆਂ ਐਡਵਾਂਟੇजेस ਆ ਜਾਂਦੀਆਂ। Interviews can establish the rapport and with participants to make feel them more comfortable, which can generate more insightful responses, especially regarding the sensitive topics. देखो इस इंटरव्यू 'ਚ ਨਾ ਆਪਾਂ ਇੱਕ ਬੰਦੇ ਤੋਂ ਪੁੱਛ ਰਹੇ ਹਾਂ ਸਾਰਾ ਕੁਝ, ਠੀਕ ਹੈ। ਜਦੋਂ ਆਪਾਂ ਉਹਦੇ ਨਾਲ ਗੱਲਬਾਤ ਕਰਾਂਗੇ, ਠੀਕ ਹੈ, ਉਹਨੂੰ ਥੋੜਾ ਕੌਨਫੀਡੈਂਸ ਦੇ ਵਿੱਚ ਲੈ ਲਾਂਗੇ, ਠੀਕ ਹੈ, ਉਹ ਵੀ ਬਹੁਤ ਅੱਛੇ ਤਰੀਕੇ ਨਾਲ ਜਵਾਬ ਦੇਗਾ, ਠੀਕ ਹੈ। ਔਰ ਹੋ ਸਕਦਾ ਆਪਾਂ ਜੇ ਗੱਲਬਾਤ ਕਰਦੇ ਕਰਦੇ ਕੁਝ ਸੈਂਸਿਟਿਵ ਇਸ਼ੂਜ਼ ਦੇ ਉੱਪਰ ਗੱਲ ਕਰਨੀ ਹੈ ਤਾਂ ਆਪਾਂ ਉਹ ਵੀ ਬਹੁਤ ਈਜ਼ੀਲੀ ਕਰ ਸਕਦੇ ਹਾਂ, ਠੀਕ ਹੈ। ਜਦੋਂ ਗਰੁੱਪ 'ਚ ਬੰਦਾ ਬੈਠਾ ਹੁੰਦਾ ਕਈ ਵਾਰ ਸੈਂਸਿਟਿਵ ਇਸ਼ੂਜ਼ ਦੇ ਉੱਪਰ ਬੰਦਾ ਨਹੀਂ ਬੋਲਣਾ ਚਾਹੁੰਦਾ, ਪਰ ਜਦੋਂ ਇਕੱਲਾ ਬੈਠਾ ਹੁੰਦਾ ਬੰਦਾ ਉਸਦੇ ਆਪਣੇ ਵਿਊਜ਼ ਦੇਣਾ ਚਾਹੁੰਦਾ ਹੈ। ਇੰਟਰਵਿਊਜ਼ ਹੈਵ ਦ ਗ੍ਰੇਟਰ ਓਪਰਚੁਨਿਟੀ ਟੂ ਆਸਕ ਫੋਲੋ ਅਪ ਕੁਐਸਚਨਸ। ਉਹਨਾਂ ਕੋਲ ਬਹੁਤ ਓਪਰਚੁਨਿਟੀਜ਼ ਹੈ ਇੰਟਰਵਿਊ ਦੇ, ਫੋਲੋ ਅਪ ਆਪਸ਼ਨਸ ਪੁੱਛਦੇ ਰਹੋ, ਠੀਕ ਹੈ ਨਾ। ਇੱਕ ਕੁਐਸਚਨ ਪੁੱਛ ਲਿਆ, ਉਹਨੂੰ ਫੋਲੋ ਅਪ ਕਰਨ ਲਈ ਦੂਜਾ ਪੁੱਛ ਲਿਆ, ਤੀਜਾ ਪੁੱਛ ਲਿਆ, ਪੁੱਛਦੇ ਰਹੋ, ਕੋਈ ਫਰਕ ਨਹੀਂ ਪੈਂਦਾ। ਇੰਟਰਵਿਊਜ਼ ਕੈਨ ਮੋਨੀਟਰ ਦ ਚੇਂਜਸ ਇਨ ਦ ਟੋਨ ਐਂਡ ਵਰਡ ਚੋਇਸ ਟੂ ਗੇਨ ਦ ਡੀਪਰ ਅੰਡਰਸਟੈਂਡਿੰਗ। Note if the in-depth interview is face-to-face, researchers can also focus on the body language. ਆਪਾਂ ਉਸਦੀ ਟੋਨ ਤੋਂ ਪਤਾ ਕਰ ਲੈਂਦੇ ਆ ਇੰਟਰਵਿਊ ਦੀ ਬੰਦਾ ਕੀ ਬੋਲਣਾ ਚਾਹੁੰਦਾ ਹੈ। ਜੇ ਸਾਹਮਣੇ ਬੰਦਾ ਬੈਠਾ ਤਾਂ ਆਪਾਂ ਨੂੰ ਬੋਡੀ ਲੈਂਗੁਏਜ ਤੋਂ ਪਤਾ ਲੱਗ ਜਾਂਦਾ ਭਾਈ ਇਹ ਕੀ ਹੁਣ ਬੰਦਾ ਸਾਹਮਣੇ ਮੇਰੇ ਕੁਐਸਚਨ ਦਾ ਆਨਸਰ ਦੇਣਾ ਚਾਹੁੰਦਾ ਹੈ, ਬੋਰ ਤਾਂ ਨਹੀਂ ਹੋ ਗਿਆ, ਝੂਠ ਤਾਂ ਨਹੀਂ ਬੋਲ ਰਿਹਾ, ਇਹ ਸਾਰਾ ਕੁਝ ਆਪਾਂ ਨੂੰ ਪਤਾ ਲੱਗ ਜਾਂਦਾ ਹੈ। There is a higher quality of sampling compared to some other data collection methods. Quality of sampling best ਹੋ ਜਾਂਦੀ ਹੈ। Researchers need fewer participants to gain useful and relevant insights. ਠੀਕ ਹੈ, ਬਹੁਤ ਆਪਾਂ ਨੂੰ ਘੱਟ ਬੰਦੇ ਚਾਹੀਦੇ ਆ ਜਿੱਥੋਂ ਆਪਾਂ ਨੂੰ ਇਨਫੋਰਮੇਸ਼ਨ ਕਲੈਕਟ ਕਰ ਸਕਦੇ ਹਾਂ। There are none of the potential dissectors or peers ਨਹੀਂ ਆਪਾਂ ਇਸ ਚੀਜ਼ ਦੇ ਉੱਪਰ ਨਹੀਂ ਬੋਲਣਾ, ਠੀਕ ਹੈ, ਤੂੰ ਵੀ ਨਹੀਂ ਬੋਲਦਾ ਮੈਂ ਵੀ ਨਹੀਂ ਬੋਲਦਾ, ਬਟ ਇਸ ਚੀਜ਼ ਥੋੜੀ ਐਡਵਾਂਟੇਜ ਹੁੰਦੀ, ਇਕੱਲਾ ਬੰਦਾ ਬੈਠਾ ਤੁਸੀਂ ਉਸਨੂੰ ਕੁਐਸਚਨਸ ਪੁੱਛ ਸਕਦੇ ਹੋ। Because in-depth interviews can potentially be so insightful, it is possible to identify highly valuable findings quickly. ਨਾਲ ਦੀ ਨਾਲ ਆਪਾਂ ਨੂੰ ਆਨਸਰਸ ਮਿਲ ਜਾਂਦੇ ਆ, ਡੀਪਲੀ ਜਾ ਕੇ ਆਪਾਂ ਨੂੰ ਆਨਸਰ ਮਿਲ ਜਾਂਦੇ ਆ, ਆਪਾਂ ਨੂੰ ਪਤਾ ਲੱਗ ਜਾਂਦਾ ਵੀ ਕਿਹੜੀ ਚੀਜ਼ ਆਪਣੇ ਲਈ ਵੈਲਿਊਏਬਲ ਹੈ, ਕਿਹੜੀ ਚੀਜ਼ ਆਪਣੀ ਰਿਸਰਚ ਦੇ ਲਈ ਵੈਲਿਊਏਬਲ ਨਹੀਂ ਹੈ। ਹਾਂ, ਜੇ ਆਪਾਂ ਡਿਸਐਡਵਾਂਟੇਜ ਦੀ ਗੱਲ ਕਰੀਏ, ਬਹੁਤ ਟਾਈਮ ਕੰਜ਼ਿਊਮਿੰਗ ਹੈ, ਇੱਕ ਬੰਦੇ ਨੂੰ ਕੁਐਸਚਨ ਪੁੱਛਣਾ ਬਹੁਤ ਮੁਸ਼ਕਿਲ ਕੰਮ ਹੈ। ਗਰੁੱਪ ਵਿੱਚ ਤਾਂ 12 ਬੰਦੇ ਇਕੱਠੇ ਹੋ ਗਏ, ਇਕੱਠੇ ਦਾ ਆਪਣੇ ਕੋਲ ਡਾਟਾ ਆ ਗਿਆ। ਉਰੇ ਜੇ ਫੋਰ ਐਗਜ਼ਾਮਪਲ ਜੇ 12 ਬੰਦਿਆਂ ਦੀ ਵੀ ਇੰਟਰਵਿਊ ਤੁਸੀਂ ਕਰਨੀ ਹੈ ਤਾਂ ਸੋਚ ਕੇ ਚਲੋ ਜੇ ਇੱਕ ਬੰਦੇ ਨੂੰ ਅੱਧਾ ਘੰਟਾ ਜਾਂ ਪੌਣਾ ਘੰਟਾ ਵੀ ਲੱਗੇ ਜਾਂ ਘੰਟਾ ਵੀ ਲੱਗੇ ਤਾਂ 12 ਘੰਟੇ ਖਰਾਬ, ਇਸ ਕਰਕੇ ਬਹੁਤ ਟਾਈਮ ਕੰਜ਼ਿਊਮਿੰਗ ਹੈ। If the interview is not highly skilled and experienced, the entire process can be undermined. ਜੇ ਇੰਟਰਵਿਊ ਦੇ ਕੋਲ ਸਕਿਲਡ ਨਹੀਂ ਹੈ, ਪ੍ਰੋਪਰ ਐਕਸਪੀਰੀਅੰਸ ਨਹੀਂ ਹੈ ਤਾਂ ਸਾਰੀ ਇਨ ਡੈਪਥ ਇੰਟਰਵਿਊ ਆਪਣੀ ਖਰਾਬ ਹੋ ਜਾਏਗੀ। The process can relatively costly compared to the other matters. Obvious ਗੱਲ ਹੈ, ਟੈਲੀਫੋਨ ਇਨ ਡੈਪਥ ਇੰਟਰਵਿਊਜ਼ versus in person can simply reduce the cost. ਜਿਹੜੇ ਬਾਕੀ ਮੈਥਡ ਨਾਲੋਂ ਥੋੜਾ ਜਿਹਾ ਕੋਸਟਲੀ ਮੈਥਡ ਹੈ। Participant must be carefully chosen to avoid the bias. ਜਿਹੜੇ ਪਾਰਟਿਸਿਪੈਂਟਸ ਆਪਾਂ ਨੂੰ ਕੇਅਰਫੁਲੀ ਚੂਜ਼ ਕਰਨੇ ਪੈਂਦੇ ਤਾਂ ਜੋ ਬਾਇਸਨੈਸ ਘੱਟ ਰਹੇ, ਜਿੰਨੀ ਜ਼ਿਆਦਾ ਤੋਂ ਜ਼ਿਆਦਾ ਬਾਇਸਨੈਸ ਘੱਟ ਰਹੇਗੀ ਉਹਨਾਂ ਹੀ ਚੰਗਾ। Participants typically expect an incentive to participate and this must be carefully structured to avoid the bias. ਜਿਹੜੇ ਪਾਰਟਿਸਿਪੈਂਟਸ ਆਉਂਦੇ ਨੇ ਉਹ ਕੁਛ ਨਾ ਕੁਛ ਡਿਮਾਂਡ ਕਰਦੇ ਆ ਇਨਸੈਂਟਿਵ,
ਠੀਕ ਹੈ ਨਾ। ਤੋ ਇਸ ਚੀਜ਼ ਨੂੰ ਵੀ ਥੋੜਾ ਧਿਆਨ ਰੱਖਣਾ ਚਾਹੀਦਾ, ਇਹੋ ਜਿਹੇ ਬੰਦੇ ਲੈ ਕੇ ਹੀ ਨਾ ਆਓ, ਜਿਹੜੇ ਜੈਨੂਨ ਵੇ ਤੁਹਾਨੂੰ ਮਿਲਦੇ ਆ ਉਹਨਾਂ ਨੂੰ ਹੀ ਲੈ ਕੇ ਤੁਸੀਂ ਆਓ। ਠੀਕ ਹੈ। ਸੋ ਥੈਂਕ ਯੂ, ਥੀਸ ਵਰ ਦਾ ਰਿਗਾਰਡਿੰਗ ਸਮਸ ਆਫ ਦਾ ਡੈਪਥ ਇੰਟਰਵਿਊਜ਼। ਨੈਕਸਟ ਮੋਡਿਊਲ 'ਚ ਆਪਾਂ ਜਾਵਾਂਗੇ ਉਸਦੇ ਉੱਪਰ, ਪ੍ਰੋਜੈਕਟਿਵ ਟੈਕਨੀਕਸ ਦੇ ਉੱਪਰ। ਥੈਂਕਸ ਬੀਂਗ ਦਾ ਪੇਸ਼ੈਂਸ ਆਡੀਅੰਸ।